सत श्री अकाल प्यारे दोस्तों, मैं कुलदीप कौर ਚੱਠਾ ਅੱਜ ਦਰਸ਼ਨ ਸਿੰਘ ਜੋਗਾ ਦੀ ਕਹਾਣੀ ਗਵਾਚਿਆ ਹੋਇਆ ਘਰ ਸੁਣਾਉਣ ਜਾ ਰਹੀ ਹਾਂ। ਲੋਕਾਂ ਨੂੰ ਕਹਿੰਦੇ ਸੁਣਦੀ ਹੁੰਦੀ, ਪਤਾ ਨਹੀਂ ਕਦੇ ਆਪਦੀ ਛੱਤ ਹੇਠ ਬੈਠਾਂਗੇ, ਆਪਦਾ ਘਰ ਹੋਵੇਗਾ। ਏਡੀ ਵੱਡੀ ਕੋਠੀ 'ਚ ਬੈਠੀ ਵੀ ਸੋਚਦੀ ਹਾਂ ਮੇਰਾ ਕੋਈ ਘਰ ਨਹੀਂ ਰਿਹਾ, ਇੱਜ਼ਤ ਨਹੀਂ। ਆਪਦੇ ਹੱਥੀਂ ਚਾਵਾਂ ਨਾਲੋਂ ਸਾਰੀ ਕੋਠੀ ਓਪਰੀ ਲੱਗਦੀ ਹੈ। ਕੰਧਾਂ ਵੀ ਡਰਾ ਰਹੀਆਂ ਨੇ ਇਹਦੀਆਂ। ਮੋਹ ਵੀ ਆਉਂਦਾ, ਅੰਦਰ ਹੋਰ ਹੀ ਖਿਆਲ ਉੱਠ ਰਹੇ ਨੇ। ਕੱਲ੍ਹ ਦੀ ਨੇ ਜਦ ਆਪਦੇ ਕੰਨੀ ਸੁਣਿਆ, ਚੈਨ ਨਹੀਂ ਆ ਰਿਹਾ। ਡਰਾਇੰਗ ਰੂਮ ਦੇ ਆਦਮ ਕੱਦ ਸ਼ੀਸ਼ੇ ਅੱਗੋਂ ਦੀ ਲੰਘਣ ਤੋਂ ਵੀ ਡਰ ਲੱਗਿਆ। ਆਪਦਾ ਚਿਹਰਾ ਵੀ ਦੇਖਣ ਤੋਂ ਡਰਦੀ ਹਾਂ। ਸਾਰੀ ਰਾਤ ਨੀਂਦ ਨਹੀਂ ਆਈ, ਇਸੇ ਕਰਕੇ 3 ਵਜੇ ਦੀ ਉੱਠੀ ਫਿਰਦੀ ਹਾਂ। ਸੂਏ ਵਾਲੇ ਮੰਦਰ ਦੇ ਘੜਿਆਲ ਦੀ ਆਵਾਜ਼ ਚਾਹ ਪੀਂਦੀ ਦੇ ਕੰਨੀ ਪੈ ਰਹੀ ਹੈ। ਜੀ ਕਰਦਾ ਤੋਂ ਵੀ ਸਰੀਰ 'ਚ ਹੌਸਲਾ ਨਹੀਂ ਪੈਂਦਾ ਵੀ ਜਾ ਕੇ ਮੱਥਾ ਟੇਕ ਆਵਾਂ, ਦਰਸ਼ਨ ਕਰ ਆਵਾਂ ਭਗਵਾਨ ਦੇ। ਹੁਣ ਤਾਂ ਮੰਜੇ ਤੋਂ ਉੱਠਣਾ ਵੀ ਦੁੱਬਰ ਲੱਗਦਾ, ਪਰ ਸਰੀਰ ਦੀ ਬੇਚੈਨੀ ਹੋਈ ਪਈ ਹੈ, ਇਸੇ ਕਰਕੇ ਗੇੜੇ ਖਾਂਦੀ ਫਿਰਦੀ ਹਾਂ। ਰਮੇਸ਼ ਹੁੰਦੇ ਝੱਟ ਉੱਠ ਖੜ੍ਹਦੀ ਸਾਂ। ਰਸੋਈ 'ਚ ਭਾਂਡਿਆਂ ਦਾ ਖੜਕਾ ਸੁਣ ਕੇ ਉਹ ਵੀ ਉੱਠ ਬਹਿੰਦਾ, ਆਵਾਜ਼ ਮਾਰਦਾ, ਸੀਤਲ 2 ਕੱਪਾਂ 'ਚ ਚਾਹ ਪਾ ਲਿਆ, ਇੱਥੇ ਬੈੱਡ 'ਤੇ ਬੈਠ ਕੇ ਇਕੱਠੇ ਪੀਵਾਂਗੇ। ਚਾਹ ਦੀਆਂ ਚੁਸਕੀਆਂ ਲੈਂਦਿਆਂ ਟੈਲੀਵਿਜ਼ਨ ਆਨ ਕਰ ਲੈਂਦਾ। ਰਾਮਦੇਵ ਬਾਬਾ ਯੋਗ ਆਸਨ ਕਰਦਾ ਦਿਸਦਾ। ਰਮੇਸ਼ ਉਸੇ ਤਰ੍ਹਾਂ ਨਾਲੋਂ ਨਾਲ ਆਸਨ ਕਰਨ ਲੱਗ ਪੈਂਦਾ। ਬੈਠਾ ਬੈਠਾ ਕਪਾਲ ਭਾਰਤੀ ਕਰਦਾ। ਫੁੰਕਾਰੇ ਜੇ ਮਾਰਦੇ ਨੂੰ ਵੇਖ ਪਹਿਲਾਂ ਪਹਿਲਾਂ ਮੇਰੀ ਹਾਸੀ ਨਿਕਲ ਜਾਂਦੀ। ਰੁਕ ਕੇ ਕਹਿੰਦਾ, ਸੀਤਲ ਤੂੰ ਵੀ ਕਰਿਆ ਕਰ, ਕਿੰਨੀਆਂ ਬਿਮਾਰੀਆਂ ਤੋਂ ਬਚਾਅ ਹੁੰਦਾ ਯੋਗ ਕਰਕੇ। ਦਵਾਈਆਂ ਨਹੀਂ ਖਾਣੀਆਂ ਪੈਂਦੀਆਂ, ਸਰੀਰ ਚੁਸਤ ਫੁਰਤ ਰਹਿੰਦਾ। ਸਾਰਾ ਦਿਨ ਤਾਂ ਘਰ ਦਾ ਕੰਮ ਕਰੀਦਾ, ਉਹ ਸਾਰੇ ਦਿਨ ਦੀ ਕਸਰਤ ਹੀ ਹੈ। ਨਾਲੇ ਮੈਂ ਤਾਂ 9/9 ਹਾਂ, ਤੁਸੀਂ ਕਰ ਲਿਆ ਕਰੋ, ਮੈਂ ਆਪਦਾ ਤਰਕ ਦਿੰਦੀ। ਉਹ ਹੱਸ ਪੈਂਦਾ, ਮੈਂ ਵੀ ਹੱਸਦੀ। ਹੁਣ ਹਾਸੇ ਕਿੱਥੇ ਰਹਿ ਗਏ, ਲੈ ਗਿਆ ਨਾਲ ਹੀ, ਪਲਾਂ 'ਚ ਲੈ ਗਈ ਮੌਤ ਖੋਹ ਕੇ ਮੇਰੇ ਹੱਥ 'ਚੋਂ। ਚੰਦਰੀ ਹਾਰਟ ਅਟੈਕ ਦੀ ਬਿਮਾਰੀ ਨੇ ਕੋਈ ਵੀ ਗੱਲ ਵੀ ਨਾ ਹੋਣ ਦਿੱਤੀ, ਅੰਦਰੇ ਹੀ ਲੈ ਗਿਆ ਸਭ ਕੁਝ। ਤੁਰ ਗਿਆ ਚੁੱਪ ਕਰਕੇ, ਮੈਨੂੰ ਛੱਡ ਗਿਆ ਦੰਡ ਭੋਗਣ ਨੂੰ। ਮਨ ਬੁਝਿਆ ਪਿਆ, ਹੋਰ ਹੀ ਪੁੱਠੇ ਪੁੱਠੇ ਖਿਆਲ ਆਉਂਦੇ ਨੇ। ਮੰਦਰ ਜਾਣ ਬਾਰੇ ਸੋਚਦੀ ਹਾਂ ਤਾਂ ਮਨ ਕਹਿੰਦਾ, ਕੀ ਖੱਟ ਲਿਆ ਪਹਿਲੇ ਮੰਦਰ ਜਾ ਕੇ, ਇੰਨਾ ਭਗਵਾਨ ਦਾ ਨਾਂ ਲੈ ਕੇ, ਤੇ ਇਹੀ ਹੋਣਾ ਸੀ ਤਾਂ ਕੀ ਦਿੱਤਾ ਭਗਵਾਨ ਨੇ। ਔਖੀ ਹੋਈ ਭਗਵਾਨ ਨੂੰ ਉਲਾਂਭੇ ਦੇਈ ਜਾਂਦੀ ਹਾਂ। ਓਮ ਜੈ ਜਗਦੀਸ਼ ਹਰੇ ਦੀ ਆਵਾਜ਼ ਨਾਲ ਆਰਤੀ ਦੀ ਧੁਨ ਵੱਜਣ ਲੱਗਦੀ ਹੈ। ਲਾਬੀ ਵਿੱਚ ਲੱਗੀ ਸੰਗੀਤਕ ਘੰਟੀ ਦੀ ਆਵਾਜ਼ ਹੈ। ਦੁੱਧ ਵਾਲਾ ਹੋਵੇਗਾ, ਇਹ ਹੀ ਸੰਦੇਹਾ ਆ ਕੇ ਘੰਟੀ ਵਜਾਉਂਦਾ ਹੈ। ਕਿੰਨੀ ਮਿੱਠੀ ਲੱਗਦੀ ਸੀ ਇਹ ਸੰਗੀਤਕ ਧੁਨ। ਰਮੇਸ਼ ਨੇ ਜਿਸ ਦਿਨ ਘੰਟੀ ਲਗਵਾਈ ਤਾਂ ਕਹਿੰਦਾ, ਸੀਤਲ ਟਰਨ ਵਾਲੀਆਂ ਘੰਟੀਆਂ ਤਾਂ ਅੰਦਰ ਹਿਲਾ ਕੇ ਰੱਖ ਦਿੰਦੀਆਂ ਨੇ। ਸੁੱਤਾ ਪਿਆ ਬੰਦਾ ਤਰਬਕ ਕੇ ਉੱਠਦਾ, ਜਿਵੇਂ ਪਤਾ ਨਹੀਂ ਕੀ ਹੋ ਗਿਆ। ਸਾਡੇ ਬੈਂਕਾਂ ਵਿੱਚ ਤਾਂ ਇਸ ਤਰ੍ਹਾਂ ਦੀਆਂ ਘੰਟੀਆਂ ਖਤਰੇ ਦਾ ਸਾਇਰਨ ਹੁੰਦੀਆਂ। ਲੋਕ ਪਤਾ ਨਹੀਂ ਕਿਵੇਂ ਘਰਾਂ 'ਚ ਲਵਾਈ ਬੈਠੇ ਆ। ਆਉਣ ਵਾਲਾ ਜਦੋਂ ਗੇਟ ਤੋਂ ਘੰਟੀ ਦਾ ਬਟਨ ਦਬਾਊ, ਰੱਬ ਦਾ ਨਾਂ ਤਾਂ ਕੰਨ 'ਚ ਪਿਆ ਕਰੂ। ਜਗਦੀਸ਼ ਨਾਲ ਘਬਰਾਹਟ ਨਹੀਂ ਹੁੰਦੀ, ਸਗੋਂ ਮਨ ਖੁਸ਼ ਹੋ ਜਾਂਦਾ। ਉਸ ਦਿਨ ਕਿੰਨਾ ਚਿਰ ਗੇਟ ਕੋਲ ਜਾ ਕੇ ਵਾਰ-ਵਾਰ ਬਟਨ ਦਬਾਉਂਦਾ ਰਿਹਾ, ਜਿਵੇਂ ਉਸ ਨੂੰ ਖਾਸ ਹੀ ਆਨੰਦ ਆ ਰਿਹਾ ਹੋਵੇ। ਅਣਸਰਦੇ ਨੂੰ ਉੱਠਦੀ ਹਾਂ, ਪਤਾ ਇਹਨਾਂ ਨੇ ਤਾਂ ਉੱਠਣਾ ਨਹੀਂ, ਦੁੱਧ ਤਾਂ ਪਵਾ ਕੇ ਧਰ ਹੀ ਦੇਵਾਂ। ਰਸੋਈ 'ਚੋਂ ਦੁੱਧ ਵਾਲਾ ਬਰਤਨ ਲੈ ਪੋਰਚ ਹੇਠ ਆ ਬਾਹਰਲੇ ਬਲਬ ਦਾ ਬਟਨ ਦਬਾਉਂਦੀ ਹਾਂ। ਗਲੀ ਚਾਨਣ ਨਾਲ ਭਰ ਜਾਂਦੀ। ਗੇਟ ਖੋਲ੍ਹਦੀ ਹਾਂ, ਸ਼ੰਕਰ ਦੁੱਧ ਵਾਲੇ ਢੋਲ ਵਿੱਚ ਮਿਣਤੀ ਕਰਨ ਵਾਲੇ ਮੱਗ ਨਾਲ ਦੁੱਧ 'ਚ ਵੀ ਹੱਥ ਪਾ ਰਿਹਾ। ਦੁੱਧ 'ਚ ਇਸ ਦਾ ਹੱਥ ਪਾਉਣਾ ਮੈਨੂੰ ਬਿਲਕੁਲ ਚੰਗਾ ਨਹੀਂ ਲੱਗਦਾ, ਸਗੋਂ ਅਲਕਤ ਆਉਂਦੀ ਹੈ। ਕਿੰਨੀ ਵਾਰੀ ਇਸ ਨੂੰ ਟੋਕਿਆ, ਪਰ ਇਹਦੀ ਆਦਤ ਨਹੀਂ ਸੁਧਰਦੀ। ਦੁੱਧ ਡੋਲੂ 'ਚ ਪਾ ਕੇ ਸ਼ੰਕਰ ਜੇਬ ਵਿੱਚੋਂ ਪਰਚੀ ਕੱਢਦਾ, ਲਓ ਬੀਬੀ ਜੀ, ਇਸ ਮਹੀਨੇ ਕਾ ਹਿਸਾਬ 985 ਰੁਪਏ ਬਣੇ हैं। ਅੱਛਾ ਭਾਈ, ਦੁੱਧ ਪੀਤਾ ਤਾਂ ਬਣਨੇ ਹੀ ਨੇ। ਮੇਰਾ ਉੱਤਰ ਹਾਲੇ ਮੂੰਹ 'ਚੋਂ ਨਿਕਲਿਆ ਹੀ ਹੈ। ਉਹ ਫਿਰ ਬੋਲਦਾ, बीबी जी दिन के टाइम आया नहीं जाता, ज़रूरत सी है। काका कई दिनों का मगर पड़ा है, कहता बूट लेना है, जे हैन तो दे दो। दुध ते परची लै अंदर आउनी आ, पैसे गिण के गली च आके शंकर नूं फड़ा कहनी आ, लै भाई ऐतकी ते तेरे पैसे, अगों जिवें होऊ उवें सही। वो हसदा, नहीं बीबी जी ऐसी कोई बात नहीं,
ਉਸ ਨੂੰ ਕੀ ਪਤਾ ਮੇਰੇ ਨਾਲ ਕੀ ਬੀਤੀ ਜਾਂਦੀ ਹੈ। ਵਾਪਸ ਅੰਦਰ ਵੱਲ ਮੁੜ ਰਹੀ ਹਾਂ। ਖਿਆਲਾਂ ਦੀ ਲੜੀ ਹੋਰ ਪਿਛਾਂਹ ਨੂੰ ਤੁਰ ਪੈਂਦੀ ਹੈ। ਛੋਟੇ ਹੁੰਦੇ ਰਾਜਨ ਦਾ ਚਿਹਰਾ ਸਾਹਮਣੇ ਆ ਜਾਂਦਾ ਹੈ। ਇਹਦੇ ਬੂਟ ਵਰਦੀ ਫਟਾਫਟ ਕਹਿ ਕੇ ਇਹਦੇ ਪਾਪਾ ਤੋਂ ਮੰਗਵਾਉਂਦੀ ਹੁੰਦੀ ਸਾਂ। ਕਦੇ ਮਿੰਟ ਲੇਟ ਨਹੀਂ ਹੋਣ ਦਿੱਤੇ ਸੀ। ਕਾਲਜ ਪੜ੍ਹਨ ਲੱਗਿਆਂ ਸਜਾ ਸਜਾ ਕੇ ਤੋਰਦੀ। ਵਧੀਆ ਤੋਂ ਵਧੀਆ ਜੀਨਾਂ ਪਾਉਂਦਾ। ਮਹਿੰਗੇ ਮਹਿੰਗੇ ਬੂਟ। ਮੇਰੇ ਵੀ ਧਰਤੀ 'ਤੇ ਪੈਰ ਨਾ ਲੱਗਦੇ। ਜਦੋਂ ਰਾਜਨ ਦੀ ਕਿਸੇ ਵੀ ਜਮਾਤ ਦਾ ਨਤੀਜਾ ਆਉਂਦਾ ਹਰ ਵਾਰੀ ਫਸਟ ਆਉਂਦਾ। MSc 'ਚੋਂ ਵਧੀਆ ਨੰਬਰ ਲਏ। ਇਹਦੇ ਪਾਪਾ ਫੁੱਲੇ ਨਾ ਸਮਾਉਣ। ਮੈਨੂੰ ਕਹਿੰਦੇ ਇਸੇ ਖੁਸ਼ੀ 'ਚ ਮਸੂਰੀ ਦਾ ਟੂਰ ਲਾਵਾਂਗੇ। ਰਮੇਸ਼ ਨੇ ਬੈਂਕ 'ਚੋਂ ਹਫ਼ਤੇ ਦੀ ਛੁੱਟੀ ਲੈ ਲਈ। ਮੈਨੂੰ ਸਕੂਲਾਂ ਦੀਆਂ ਛੁੱਟੀਆਂ ਸੀ। ਮਮਤਾ ਨੂੰ ਦੱਸਿਆ। ਉਹ ਖੁਸ਼ੀ 'ਚ ਚਹਿਕ ਉੱਠੀ। ਸਾਹਮਣੇ ਸ਼ੋਕੇਸ 'ਚ ਦੋਵੇਂ ਭੈਣ ਭਰਾਵਾਂ ਦੀ ਫੋਟੋ ਪਈ ਦਿਸਦੀ ਹੈ। ਮਸੂਰੀ ਖਿੱਚੀ ਸੀ ਪਹਾੜੀ 'ਤੇ ਖੜਿਆਂ ਦੀ ਇੱਕ ਫੋਟੋਗ੍ਰਾਫਰ ਨੇ। ਹੁਣ ਉਸੇ ਭੈਣ ਨੂੰ ਬੁਲਾਉਣਾ ਵੀ ਨਹੀਂ ਚਾਹੁੰਦਾ ਚੰਦਰੇ ਮੂੰਹ ਵਾਲਾ। ਆਨੇ ਬਹਾਨੇ ਉਸ 'ਤੇ ਚਿੜਦਾ। ਹਾਲਾਂਕਿ ਉਹ ਆਪਦੇ ਘਰ-ਬਾਰ ਦੀ ਹੈ। ਇਹਦੇ ਬਰਾਬਰ ਦੀ ਹੈ। ਨੌਕਰੀ ਕਰਦੀ ਹੈ। ਇਹ ਤੋਂ ਕੀ ਧਰਾਉਂਦੀ ਹੈ। ਪਰ ਆਪਦੀ ਮੇਮ ਨੂੰ ਖੁਸ਼ ਕਰਨ ਵਾਸਤੇ ਕਿੰਨਾ ਕੁਝ ਉਗਲਦਾ ਮਮਤਾ ਨੂੰ। ਜਦੋਂ ਉਹਦੀ ਗੱਲ ਕਰਦੀ ਹਾਂ 100 ਤਿਉੜੀ ਮੱਥੇ ਪੈ ਜਾਂਦੀ ਹੈ। ਮੇਰੇ ਵਾਸਤੇ ਤਾਂ ਦੇਵੀ ਦਾ ਰੂਪ ਹੈ ਮੇਰੀ ਧੀ। 12 ਸਾਲ ਹੋ ਗਏ ਸੀ ਮੇਰੀ ਕੁੱਖ ਸੁੰਨੀ ਪਈ ਸੀ। ਕਿੰਨਾ ਉਦਾਸ ਰਹਿੰਦੀ ਸਾਂ ਮੈਂ। ਸ਼ਾਮ ਨੂੰ ਜਦੋਂ ਰਮੇਸ਼ ਘਰੇ ਆਉਂਦਾ ਮੇਰਾ ਚਿਹਰਾ ਵੇਖ ਕੇ ਚੁੱਪ ਹੋ ਜਾਂਦਾ। ਅੰਦਰੇ ਅੰਦਰ ਉਹ ਵੀ ਤਰਸਿਆ ਪਿਆ ਸੀ ਬੱਚੇ ਦੀ ਕਿਲਕਾਰੀ ਨੂੰ। ਸੱਸ ਵਾਰ-ਵਾਰ ਚੋਭਾਂ ਦਿੰਦੀ ਰਹਿੰਦੀ। ਇਹਦਾ ਛੋਟਾ ਭਾਈ ਛਵੀ ਅੱਡ ਮੇਰੇ ਅੱਗੇ ਪਿੱਛੇ ਜੇ ਫਿਰਦਾ ਰਹਿੰਦਾ। ਇਹ ਤਾਂ ਡਿਊਟੀ 'ਤੇ ਹੁੰਦੇ ਉਹ ਕਾਲਜੋਂ ਆ ਮੈਨੂੰ ਭਾਬੀ ਭਾਬੀ ਕਰਦਾ। ਕਈ ਗੁੱਝੀਆਂ ਰਮਜ਼ਾਂ ਮਾਰਦਾ। ਹੱਸ ਕੇ ਟਾਲ ਦਿੰਦੀ। ਉਹਦੀਆਂ ਹਰਕਤਾਂ ਤੋਂ ਲੱਗਦਾ ਜਿਵੇਂ ਘਰੋਂ ਹੀ ਪਾਣ ਦਿੱਤੀ ਹੋਈ ਸੀ ਉਸਨੂੰ। ਰਮੇਸ਼ ਨੂੰ ਡਰਦੀ ਮੈਂ ਸਾਫ਼ ਨਾ ਦੱਸਦੀ। ਘਰ 'ਚ ਗੱਲ ਵੱਧ ਜਾਊ। ਆਨੇ ਬਹਾਨੇ ਮੈਂ ਅੰਦਰਲਾ ਦਰਦ ਅੱਖਾਂ ਦੇ ਪਾਣੀ ਰਾਹੀਂ ਬਾਹਰ ਕੱਢਦੀ। ਰਮੇਸ਼ ਦਾ ਇਹੀ ਦਿਲਾਸਾ ਹੁੰਦਾ ਖੁਸ਼ ਰਿਹਾ ਕਰ ਸਭ ਠੀਕ ਹੋ ਜੂ। ਤੁਸੀਂ ਤਾਂ ਬਾਹਰ ਜਾ ਕੇ ਦੋਸਤਾਂ ਮਿੱਤਰਾਂ 'ਚ ਕੁਝ ਚਿਰ ਲਈ ਗੱਲ ਭੁੱਲ ਭੁਲਾ ਜਾਂਦੇ ਹੋਵੋਗੇ। ਮੇਰੀ ਤਾਂ ਸਾਰਾ ਦਿਨ ਤਾਰ ਇੱਥੇ ਹੀ ਵੱਜਦੀ ਰਹਿੰਦੀ ਹੈ। ਸਾਰਾ ਦਿਨ ਇਸੇ ਫਿਕਰ 'ਚ ਹੀ ਲੰਘਦਾ। ਸਕੂਲ 'ਚ ਮੇਰੀਆਂ ਕੁਲੀਗਸ ਆਪੋ ਆਪਣੇ ਬੱਚਿਆਂ ਦੀਆਂ ਗੱਲਾਂ ਕਰਨਗੀਆਂ। ਮੈਂ ਚੁੱਪ ਬੈਠੀ ਰਹਿੰਦੀ ਹਾਂ। ਕੀ ਗੱਲ ਕਰਾਂ ਉਹਨਾਂ ਨਾਲ। ਮਿਸਿਜ਼ ਸਿੱਧੂ ਤਾਂ ਬੜੀ ਨਖਰੇ ਨਾਲ ਗੱਲ ਕਰੂ। ਸੀਤਲ ਮੈਡਮ ਆਪਾਂ ਕਮਾਉਂਦੇ ਕਾਹਦੇ ਲਈ ਆ। ਚੈੱਕਅਪ ਕਰਵਾਓ ਕਿਸੇ ਡਾਕਟਰ ਤੋਂ। ਕੀ ਦੱਸਾਂ ਉਸਨੂੰ ਸਾਡੀ ਦੋਵਾਂ ਜੀਆਂ ਦੀ ਸਾਰੀ ਤਨਖਾਹ ਤਾਂ ਡਾਕਟਰਾਂ ਦੇ ਘਰਾਂ 'ਚ ਚਲੀ ਜਾਂਦੀ ਹੈ। ਇਹਦੇ ਭਾ ਦੀ ਹਾਲੇ ਚੈੱਕਅਪ ਬਾਕੀ ਹੈ। ਘਰੇ ਆ ਜਾਂਦੀ ਹੋਰ ਬਥੇਰਾ ਕੁਛ ਸੁਣਨ ਨੂੰ ਮਿਲਦਾ। ਛਵੀ ਮਾਰੇ ਨੂੰ ਤਾਂ ਮੈਂ ਇੱਕ ਦਿਨ ਸਖਤ ਸ਼ਬਦਾਂ ਨਾਲ ਆਪਣੇ ਤੋਂ ਪਰੇ ਕੀਤਾ। ਆਪਦੇ ਭਰਾ ਦੀ ਇੱਜ਼ਤ ਬੰਨੀ ਵੇਖ। ਕੰਨ ਜੇ ਝਾੜਦਾ ਤੁਰ ਗਿਆ। ਕਿੰਨੇ ਸਾਲਾਂ 'ਚ ਕੋਠੀ ਪਾ ਕੇ ਇੱਥੇ ਰਹਿੰਦੇ ਹਾਂ। ਪਰ ਜੇ ਕਿਤੇ ਆਊ ਅੱਜ ਤੱਕ ਵੀ ਰੜਕ ਰੱਖਦਾ ਮੇਰੇ ਕਹੇ ਦੀ। ਮੈਂ ਕਿਹੜਾ ਪਰਵਾਹ ਕਰਦੀ ਹਾਂ। ਜਿਉਂਦੀ ਰਹੇ ਮੇਰੀ ਰੀਨਾ ਭੈਣ ਜਿਹਨੇ ਮੇਰਾ ਅੰਦਰਲਾ ਦੁੱਖ ਪਹਿਚਾਣਿਆ। ਰੀਨਾ ਮੇਰੀ ਮਾਸੀ ਦੀ ਧੀ ਹੈ। ਅਸੀਂ DAV ਕਾਲਜ 'ਚ ਇਕੱਠੀਆਂ ਪੜ੍ਹੀਆਂ। ਹੋਸਟਲ 'ਚ ਇੱਕੋ ਕਮਰਾ ਸੀ। ਦੋਵੇਂ ਇੱਕ ਦੂਜੇ ਦੀਆਂ ਨਿੱਕੀਆਂ ਨਿੱਕੀਆਂ ਆਦਤਾਂ ਤੋਂ ਜਾਣੂ ਸੀ। ਵਿਆਹ ਤੋਂ ਮਗਰੋਂ ਵੀ ਅਸੀਂ ਇੱਕ ਦੂਜੀ ਨੂੰ ਉਵੇਂ ਹੀ ਮਿਲਦੀਆਂ ਰਹਿੰਦੀਆਂ। ਰੀਨਾ ਦੇ ਘਰ ਵਾਲੇ ਦਾ ਰਮੇਸ਼ ਨਾਲ ਸੁਭਾਅ ਮਿਲਦਾ ਸੀ। ਜਦ ਕਦੇ ਅਸੀਂ ਰੀਨਾ ਕੋਲ ਜਾਂਦੇ ਆਪਦੇ ਜੀਜੇ ਨਾਲ ਪੂਰੇ ਮਖੌਲ ਕਰਦੀ। ਦਿਲ ਦੀ ਸਾਫ਼ ਸੀ ਰੀਨਾ ਜਿਵੇਂ ਬਾਹਰ ਉਵੇਂ ਅੰਦਰੋਂ। ਰਮੇਸ਼ ਰੀਨਾ ਕੋਲ ਜਾ ਕੇ ਖੁਸ਼ ਹੁੰਦਾ ਸੀ। ਇੱਕ ਦਿਨ ਗੱਲਾਂ ਚੱਲਦੀਆਂ 'ਚ ਰੀਨਾ ਨੇ ਕਿਹਾ ਕਿਉਂ ਜੀਜਾ ਜੀ ਉਦਾਸ ਬੈਠੇ ਹੋ। ਮੇਰੇ ਪੇਟ ਵਿਚਲਾ ਬੱਚਾ ਤੁਹਾਡੇ ਵਿਹੜੇ 'ਚ ਖੇਡਿਆ ਕਰੂ। ਮੇਰੇ ਕੋਲ ਹੈਗੇ ਨੇ ਗੀਤੂ 'ਤੇ ਵਿਸ਼ਵਾਸ। ਕੁਝ ਮਹੀਨਿਆਂ ਬਾਅਦ ਰੀਨਾ ਦੇ ਪਤੀ ਦਾ ਫੋਨ ਸੀ ਕਿ ਰੀਨਾ ਕੋਲ ਲੜਕੀ ਹੋਈ। ਮੈਂ ਤੇ ਰਮੇਸ਼ ਨੇ ਪੈਰ ਜੁੱਤੀ ਨਾ ਪਾਈ। ਕੁਛ ਦਿਨ ਦੀ ਹੀ ਮਮਤਾ ਨੂੰ ਅਸੀਂ ਝੋਲੀ ਪਵਾ ਲਿਆਏ ਸਾਂ। ਇੰਜ ਲੱਗਦਾ ਜਿਵੇਂ ਮੇਰੀ ਸੁੱਕੀ ਪਈ ਬਗੀਚੀ ਵਿੱਚ ਬਹਾਰ ਆ ਗਈ। ਮਮਤਾ ਨੂੰ ਸੰਭਾਲਦੀ ਨੂੰ ਪਤਾ ਹੀ ਨਾ ਲੱਗਦਾ ਕਦੋਂ ਦਿਨ ਚੜ੍ਹਿਆ ਕਦੋਂ ਛਿਪ ਗਿਆ। ਕਦੇ ਦੁੱਧ ਗਰਮ ਕਰ ਪਿਲਾ ਦਿੱਤਾ ਕਦੇ ਨੁਹਾ ਦਿੱਤੀ। ਫਿਰ ਮਮਤਾ ਦੀਆਂ ਤੋਤਲੀਆਂ ਗੱਲਾਂ ਦਾ ਸਾਰਿਆਂ ਨੂੰ ਖੁਸ਼ ਕਰੀ ਰੱਖਦੀਆਂ। ਭਗਵਾਨ ਨੇ ਮੇਰੇ 'ਤੇ ਮਿਹਰ ਦਾ ਵੱਡਾ ਹੱਥ ਰੱਖ ਕੇ ਮੇਰਾ ਅੰਦਰ ਠਾਰ ਦਿੱਤਾ ਸੀ। 3 ਸਾਲ ਬਾਅਦ ਇਹ ਰਾਜਨ ਮੇਰੇ ਪੇਟ ਪਿਆ। ਇਹਦੇ ਜਨਮ ਨਾਲ ਤਾਂ 100 ਸਵਰਗ ਮਿਲ ਗਏ ਸੀ। ਪੂਰੇ 15 ਵਰ੍ਹਿਆਂ ਬਾਅਦ ਜਦੋਂ ਬੰਦਾ ਆਸ ਵੀ ਛੱਡ ਜਾਂਦਾ ਇੱਕ ਤਰ੍ਹਾਂ। ਇਹਨੂੰ ਪਾਲਿਆ ਪੜ੍ਹਾਇਆ ਪਰ ਕੀ ਕਦਰ ਪਾਈ ਹੈ ਮੇਰੀ ਧੀ
ਕੀ ਕਦਰ ਪਾਈ ਹੈ ਮੇਰੀ। ਹੁਣ ਕਹਿੰਦਾ ਮਾਂ ਤਾਂ ਐਵੇਂ ਹੀ ਤੁਰੀ ਫਿਰਦੀ ਹੈ, ਉਲਟਾ ਹੋਰ ਪੱਥਰ ਚੁੱਕ ਚੁੱਕ ਮਾਰਦਾ। ਜੋ ਇਹਦੀ ਰਾਣੀ ਕਹੇ ਉਹੀ ਸੱਤ ਹੈ। ਇਹਨੂੰ ਪੁੱਛਣ ਵਾਲਾ ਹੋਵੇ ਬੇਗਾਨੀ ਧੀ ਨੂੰ ਕੀ ਕਦਰ ਹੈ, ਜਦ ਤੂੰ ਢਿੱਡੋਂ ਕੱਢਿਆ ਵੀ ਜ਼ਹਿਰ ਉਗਲਦਾ ਮਾਂ ਨੂੰ। ਇਹ ਜ਼ਹਿਰ ਰਾਤ ਦਾ ਤਾਂ ਤੰਗ ਕਰੀ ਜਾਂਦਾ ਹੈ, ਰਾਤ ਦਾ ਤੰਗ ਕਰੀ ਜਾਂਦਾ। ਮਨ ਇਹੀ ਕਹਿ ਰਿਹਾ ਕਿ ਘਰ ਛੱਡ ਕੇ ਇੰਨੀ ਦੂਰ ਚਲੀ ਜਾਵਾਂ ਜਿੱਥੇ ਮੁੜ ਹੋਰ ਗੱਲਾਂ ਨਾ ਸੁਣਨੀਆਂ ਪੈਣ। ਨਾਲ ਦੇ ਕਮਰੇ 'ਚ ਮੋਬਾਈਲ ਦੇ ਅਲਾਰਮ ਦੀ ਆਵਾਜ਼ ਸੁਣਦੀ ਹੈ। ਇਸ ਵਾਰ ਪੋਤਾ ਰਾਹੁਲ ਹੋਸਟਲ ਤੋਂ ਨਹੀਂ ਆਇਆ। ਜੇ ਉਹ ਹੋਵੇ ਉੱਠਣ ਸਾਰ ਮੇਰਾ ਦਰਵਾਜ਼ਾ ਖੋਲ੍ਹ ਕੇ ਪੈਰੀਂ ਹੱਥ ਲਾਉਂਦਾ ਹੈ, ਅਸੀਸਾਂ ਲੈਂਦਾ ਹੈ। ਮੈਂ ਆਪਣੇ ਕਮਰੇ ਦਾ ਦਰਵਾਜ਼ਾ ਪਹਿਲਾਂ ਹੀ ਢੋਹ ਰੱਖਿਆ। ਮੈਨੂੰ ਪਤਾ ਉੱਠਣ ਸਾਰ ਜੇ ਸਾਹਮਣੇ ਦਿਸ ਜਾਵਾਂ ਕੁਛ ਨਾ ਕੁਛ ਜ਼ਰੂਰ ਬੋਲਦਾ ਪੁੱਠਾ ਸਿੱਧਾ। ਨੀਨਾ ਪੋਤੀ ਦੀ ਆਵਾਜ਼ ਵੀ ਸੁਣਦੀ ਹੈ, ਜਾਗ ਉੱਠੀ ਹੈ, ਬਹੁਤ ਪਿਆਰੀ ਬੱਚੀ ਹੈ। ਜਦ ਦੋਵੇਂ ਜੀ ਡਿਊਟੀ 'ਤੇ ਤੁਰ ਜਾਂਦੇ ਨੇ ਤਾਂ ਮੇਰੇ ਕੋਲ ਖੇਡਦੀ ਕਿੰਨੀਆਂ ਗੱਲਾਂ ਕਰਦੀ ਹੈ, ਮੋਹ ਕਰਦੀ ਹੈ ਅੰਤਾਂ ਦਾ। ਪਰ ਇਹਨਾਂ ਨੂੰ ਅੰਦਰੋਂ ਅੰਦਰ ਅੱਗ ਲੱਗੀ ਜਾਂਦੀ ਹੈ ਜੇ ਕਿਤੇ ਮੇਰੇ ਨਾਲ ਖੇਡਦੀ ਗੱਲਾਂ ਕਰਦੀ ਨੂੰ ਵੇਖ ਲੈਣ। ਸਕੂਲ ਦੀ ਵੈਨ ਆਉਂਦੀ ਹੈ, ਇਹ ਵੀ ਵਿਚਾਰੀ ਸਕੂਲ ਚਲੀ ਜਾਂਦੀ ਹੈ। ਮਜਬੂਰੀ 'ਚ ਮਸਾਂ 20-25 ਮਿੰਟ ਮੇਰੇ ਕੋਲ ਛੱਡਦੇ ਨੇ। ਇਹਨਾਂ ਦੀਆਂ ਬੱਸਾਂ ਦੇ ਸਮੇਂ ਪਹਿਲਾਂ ਨੇ। ਦੂਜੇ ਬੱਸ ਸਟੈਂਡ ਜਾਣਾ ਪੈਂਦਾ ਦੋਹਾਂ ਜੀਆਂ ਨੂੰ। ਦੇਖਣ ਵਾਲਾ ਹੁੰਦਾ ਕਿਵੇਂ ਅੱਗ ਲੱਗੀ ਵਾਲਿਆਂ ਵਾਂਗ ਸਕੂਟਰ ਭਜਾਉਂਦੇ ਆ ਘਰੋਂ। ਸੰਦੇਹਾਂ ਟਾਈਮ 'ਤੇ ਕਦੇ ਉੱਠਦੇ ਨਹੀਂ। ਲੋਕ ਵੀ ਸਕੂਲਾਂ ਦੀਆਂ ਨੌਕਰੀਆਂ ਕਰਦੇ ਆ, ਇਹ ਲਹਿਦਾ ਹੀ ਨਹੀਂ। ਕਈ ਵਾਰ ਆਏ ਗਏ ਮੂਹਰੇ ਗੱਲਾਂ 'ਚ ਪੈਂਹਟ ਬਣਾਉਣਗੇ, ਅਸੀਂ ਪ੍ਰੋਫੈਸਰ ਆ। ਲੋਕ ਸਿਆਣੇ ਤਾਂ ਸਮਝਦੇ ਹੀ ਨੇ ਵੀ ਸਕੂਲਾਂ 'ਚ ਕਿਹੜੇ ਪ੍ਰੋਫੈਸਰ ਹੁੰਦੇ ਆ। +2 ਦੇ ਬੱਚਿਆਂ ਨੂੰ ਪੜ੍ਹਾਉਣ ਵਾਲਿਆਂ ਨੂੰ ਲੈਕਚਰਾਰ ਬਣਾਤਾ ਸਰਕਾਰ ਨੇ। ਮੈਂ ਵੀ ਨੌਕਰੀ ਕੀਤੀ ਹੈ। ਚੱਲ ਛੱਡ ਪਰੇ, ਨੀਨਾ ਦੀ ਗੱਲ ਕਰਦੀ ਸਾਂ। ਐਨੀ ਸਿਆਣੀ ਹੈ, ਜੇ ਕਿਤੇ ਮੇਰੇ ਕਮਰੇ 'ਚ ਸ਼ਰਾਰਤ ਕਰਦੀ ਨੂੰ ਸਾਹਮਣੇ ਸ਼ੋਕੇਸ ਵਿੱਚ ਪਈ ਰਮੇਸ਼ ਦੀ ਫੋਟੋ ਵੱਲ ਇਸ਼ਾਰਾ ਕਰਕੇ ਕਹਿ ਦਿੰਦੀ ਦਾਦਾ ਜੀ ਨਾਰਾਜ਼ ਹੋ ਜਾਣਗੇ, ਇੱਕਦਮ ਗੰਭੀਰ ਹੋ ਜਾਂਦੀ ਹੈ। ਪਹਿਲਾਂ ਤਾਂ ਕਈ ਸਵਾਲ ਵੀ ਕਰਦੀ, ਦਾਦਾ ਜੀ ਕਬ ਆਏਂਗੇ, ਪਰ ਹੁਣ ਸਮਝਦੀ ਹੈ ਫੋਟੋ ਅੱਗੇ ਹੱਥ ਜੋੜ ਨਮਸਕਾਰ ਕਰਦੀ ਹੈ। ਪਰ ਇਹ ਲੱਗਦਾ ਇਹ ਕੁੜੀ ਇਹਦੇ ਕੋਲ ਰਹਿ ਗਈ ਪਤਾ ਨਹੀਂ ਕੀ ਹੋ ਜੂ। ਕੱਪੜਿਆਂ ਵਾਲੀ ਗੱਲ ਕਿਤੇ ਭੁੱਲਦੀ ਹੈ। ਇੱਕ ਦਿਨ ਮੈਂ ਮੰਦਰ ਜਾਣ ਲੱਗੀ, ਪੋਤੀ ਵੇਖ ਕੇ ਕਹਿਣ ਲੱਗੀ ਦਾਦੀ ਮਾਂ ਮੈਂ ਵੀ ਜਾਊਂਗੀ ਆਪਕੇ ਸਾਥ। ਮੈਂ ਬਥੇਰਾ ਟਾਲੀ, ਮੈਨੂੰ ਪਤਾ ਸੀ ਇਹਨਾਂ ਦਾ ਬੱਚਾ ਤਾਂ ਬੱਚਾ ਹੀ ਹੁੰਦਾ, ਨਾ ਟਲੀ। ਮੈਂ ਲੈ ਗਈ, ਉੱਥੇ ਖੇਡਦੀ ਨੇ ਕਿਤੇ ਟੂਟੀ ਇੱਕਦਮ ਛੱਡ ਲਈ, ਫਰਾਕ ਗਿੱਲੀ ਹੋ ਗਈ। ਘਰ ਵੜਨ ਦੀ ਦੇਰ ਸੀ, ਬਸ ਹੋ ਗਈ ਸ਼ੁਰੂ ਮੇਮ। ਮੰਮੀ ਜੇ ਤੁਹਾਨੂੰ ਆਪਦਾ ਫਿਕਰ ਨਹੀਂ, ਇਸ ਬੱਚੀ ਦਾ ਤਾਂ ਫਿਕਰ ਕਰਿਆ ਕਰੋ। ਕੀ ਹੈ ਉੱਥੇ ਮੰਦਰ 'ਚ, ਸਾਰੇ ਕੱਪੜੇ ਗਿੱਲੇ ਕਰ ਲਿਆਈ ਹੈ। ਜੇ ਤੁਹਾਡਾ ਦਿਮਾਗ ਇੰਨਾ ਵੀ ਕੰਮ ਨਹੀਂ ਕਰਦਾ ਕਿ ਬੱਚੇ ਦੀ ਸੰਭਾਲ ਕਿਵੇਂ ਕਰਨੀ ਹੁੰਦੀ ਹੈ, ਤੁਸੀਂ ਲੈ ਕੇ ਕਿਸ ਵਾਸਤੇ ਜਾਂਦੇ ਇਸ ਨੂੰ। ਸੁਣ ਕੇ ਚੁੱਪ ਖੜੀ ਸਾਂ, ਸੋਚਦੀ ਸਾਂ ਆਖਾਂ ਜਿਹਦੇ ਸਿਰ 'ਤੇ ਸਿਆਣੀ ਬਣੀ ਫਿਰਦੀ ਐ, ਇਹ ਵੀ ਮੇਰਾ ਹੀ ਪਾਲਿਆ, ਤੈਨੂੰ ਵਿਆਹ ਕੇ ਲਿਆਂਦਾ, ਇਹ ਵੀ ਮੇਰੀ ਸਿਆਣਪ ਜਾਂ ਬੇਸਮਝੀ ਹੈ। ਪਰ ਕੀ ਕਰਾਂ, ਵਕਤ ਮਜਬੂਰ ਕਰੀ ਖੜਾ, ਕੋਈ ਜ਼ੋਰ ਨਹੀਂ ਚੱਲਦਾ ਇਸ ਘਰ 'ਚ ਰਹਿਣ ਨੂੰ। ਉੱਕਾ ਮਨ ਨਹੀਂ ਮੰਨਦਾ, ਪਰ ਬੈਠੀ ਆਂ ਬੁੱਤ ਬਣੀ। ਸੋਚਦੀ ਆਂ ਲੋਕ ਕੀ ਕਹਿਣਗੇ, ਪੜ੍ਹਿਆ ਲਿਖਿਆਂ ਦਾ ਟੱਬਰ ਹੈ, ਕਰੀ ਕੀ ਜਾਂਦੇ ਨੇ, ਪਰ ਅੱਜ ਫੈਸਲਾ ਕਰਨਾ ਹੀ ਹੈ। ਬੈੱਡ ਤੋਂ ਉੱਠ ਕੇ ਬਾਹਰ ਗੁਸਲਖਾਨੇ ਵੱਲ ਜਾਣ ਦੀ ਸੋਚਦੀ ਹਾਂ, ਐਨੇ ਨੂੰ ਮੇਰੇ ਮੋਬਾਈਲ ਦੀ ਘੰਟੀ ਵੱਜਣ ਲੱਗਦੀ ਹੈ। ਐਨਕ ਲਾ ਕੇ ਨੰਬਰ ਸਕਰੀਨ ਵੇਖਦੀ ਹਾਂ, ਮਮਤਾ ਦਾ ਫੋਨ ਹੈ। ਮਨ ਕੰਬ ਜਿਹਾ ਜਾਂਦਾ ਅੰਦਰੋਂ। ਗੱਲਾਂ ਸੁਣ ਕੇ ਹੋਰ ਸੜਨਗੇ, ਆਨ ਕਰਕੇ ਹੌਲੀ ਜਿਹੀ ਪੁੱਛਦੀ ਹਾਂ ਬੇਟਾ ਠੀਕ ਹੋ। ਹਾਂ ਮੰਮੀ ਜੀ, ਤੁਸੀਂ ਠੀਕ ਹੋ। ਮੈਂ ਤਾਂ ਵੈਸੇ ਹੀ ਮਿਲਾ ਲਿਆ ਤੁਹਾਡੀ ਸਿਹਤ ਦਾ ਪਤਾ ਕਰਨ ਲਈ, ਰਾਤ ਫੋਨ ਨਹੀਂ ਹੋਇਆ। ਕੁਝ ਅੰਕਿਤ ਨੂੰ ਖੰਘ ਜ਼ੁਕਾਮ ਜਿਹਾ ਸੀ, ਉਲਝੀ ਰਹੀ ਕੰਮ 'ਚ। ਮੈਂ ਸੋਚਿਆ ਹੁਣ ਪੁੱਛ ਲਵਾਂ। ਮੈਂ ਠੀਕ ਹਾਂ ਬੇਟੀ, ਇਹ ਉੱਠੇ ਫਿਰਦੇ ਨੇ ਦੋਵੇਂ, ਅੱਧਾ ਘੰਟਾ ਠਹਿਰ ਕੇ ਕਰਾਂਗੀ ਤੈਨੂੰ ਫੋਨ, ਕਹਿ ਫੋਨ ਕੱਟ ਦਿੱਤਾ ਹੈ। ਫੋਨ ਮੇਜ਼ 'ਤੇ ਰੱਖਦੀ ਹਾਂ, ਮਨ ਹੋਰ ਔਖਾ ਹੁੰਦਾ ਮਮਤਾ ਬਾਰੇ ਸੋਚ ਕੇ। ਕਿੰਨੀ ਪਿਆਰੀ ਬੇਟੀ ਹੈ ਮੇਰੀ, ਬੜੀ ਸੰਘਰਸ਼ ਦੀ ਜ਼ਿੰਦਗੀ ਹੈ ਇਸਦੀ। ਨੋਇਡਾ ਵਰਗੇ ਤੇਜ਼ ਰਫ਼ਤਾਰ ਸ਼ਹਿਰ ਦੀ ਜ਼ਿੰਦਗੀ ਵਿੱਚ ਆਪਣੇ ਸੱਸ ਸਹੁਰੇ ਦੀ ਸੰਭਾਲ ਕਰਦੀ, ਕਦੇ ਨਹੀਂ ਅੱਕਦੀ ਥੱਕਦੀ। ਸੱਸ ਤਾਂ ਵਿਚਾਰੀ 4 ਸਾਲ ਹੋ ਗਏ ਮੰਜੇ 'ਚ ਪਈ ਹੈ, ਐਸੀ ਬਿਮਾਰੀ ਨੇ ਉਲਝਾਈ ਹੈ, ਨਾ ਇੱਧਰ ਦੀ ਨਾ ਉੱਧਰ ਦੀ। ਪਈ ਦੀ ਕਿਰਿਆ ਸੋਧਣੀ ਪੈਂਦੀ ਹੈ। ਮਮਤਾ ਦਾ ਘਰ ਵਾਲਾ ਰਵੀ ਦਵਾਈਆਂ ਦੀ ਕੰਪਨੀ 'ਚ ਲੱਗਿਆ ਹੋਇਆ, ਭੱਜ ਨੱਠ ਦੀ ਜ਼ਿੰਦਗੀ ਹੈ ਵਿਚਾਰੇ ਦੀ। ਪਤਾ ਨਹੀਂ ਅੱਜ ਕੱਲ੍ਹ ਦੀਆਂ
ਪ੍ਰਾਈਵੇਟ ਨੌਕਰੀਆਂ ਦਾ ਕੀ ਹਾਲ ਹੈ। ਸੁਬਾਹ 6 ਵਜੇ ਘਰੋਂ ਨਿਕਲ ਜਾਂਦਾ ਹੈ, ਅੱਧੀ ਰਾਤ ਘਰੇ ਮੁੜਦਾ। ਰੱਬ ਦਾ ਸ਼ੁਕਰ ਹੈ ਮਮਤਾ ਦਾ ਦਫ਼ਤਰ 10 ਵਜੇ ਲੱਗਦਾ ਹੈ, 5 ਵਜੇ ਘਰੇ ਆ ਜਾਂਦੀ ਹੈ। ਸ਼ਨੀ ਐਤਵਾਰ ਛੁੱਟੀ ਹੁੰਦੀ ਹੈ ਉਸਨੂੰ। ਦਿਨੇ ਉਹਦਾ ਸਹੁਰਾ ਸਾਂਭਦਾ ਸੱਸ ਨੂੰ। ਧੀ ਸੁਪ੍ਰਿਆ ਬੰਗਲੌਰ MBA ਕਰਦੀ ਹੈ। ਲਾਇਕ ਹੈ, ਟੈਸਟ ਪਾਸ ਕਰ ਗਈ ਸੀ ਪਿਛਲੇ ਸਾਲ। ਮੁੰਡਾ ਅੰਕਿਤ ਹਾਲੇ ਛੋਟਾ ਹੈ, ਉੱਥੇ ਹੀ ਚੌਥੀ 'ਚ ਪੜ੍ਹਦਾ। ਮਮਤਾ ਫੋਨ ਕਰ ਦਿੰਦੀ ਹੈ ਮੈਨੂੰ, ਮੰਮੀ ਕੁਛ ਦਿਨ ਵਾਸਤੇ ਆ ਜਾਓ। ਮੈਂ ਚਲੀ ਜਾਂਦੀ ਆ। ਵਿਚਾਰੀ ਦਾ ਮਨ ਹੋਰ ਹੋ ਜਾਂਦਾ ਹੈ। ਕੰਮ ਤਾਂ ਮੈਥੋਂ ਵੀ ਕਿਹੜਾ ਹੁੰਦਾ ਬਹੁਤਾ। ਇੱਕ ਬੰਦਾ ਬੈਠਾ ਰਹਿੰਦਾ ਘਰ 'ਚ। ਬੰਦਾ ਹਰ ਵੇਲੇ ਬਿਮਾਰ ਪਿਆ ਹੋਵੇ, ਸਾਰਾ ਘਰ ਹੀ ਬਿਮਾਰ ਲੱਗਦਾ। ਧੀ ਦੀ ਔਖ ਵੀ ਵੇਖਣੀ ਔਖੀ ਹੈ। ਇਹਨਾਂ ਦੇ ਢਿੱਡਾਂ 'ਚ ਹੋਰ ਹੀ ਗੱਲਾਂ ਭਰੀਆਂ ਪਈਆਂ ਨੇ। ਅੰਦਰ ਸਾਫ਼ ਹੋਵੇ ਤਾਂ ਸਹਿਜ ਹੋਣ। ਚੰਗਾ ਕਮਾਉਂਦੇ ਆ, ਚੰਗਾ ਖਾਂਦੇ ਆ, ਅੰਦਰ ਪਤਾ ਨਹੀਂ ਕੀ ਘੁਲਦਾ ਰਹਿੰਦਾ ਦੋਨਾਂ ਦੇ। ਰਾਹੁਲ ਪੋਤੇ ਨੇ +2 ਕੀਤੀ ਹੈ, ਨਾਨ ਮੈਡੀਕਲ ਨਾਲ ਉਸਨੂੰ ਇੰਜੀਨੀਅਰ 'ਚ ਦਾਖਲਾ ਮਿਲਿਆ। IIT ਰੁੜਕੀ ਦਾਖਲਾ ਭਰ ਕੇ ਆਇਆ। ਲਾਬੀ 'ਚ ਸਾਰੇ ਇਕੱਠੇ ਬੈਠੇ ਸੀ। ਮੈਨੂੰ ਚਾਅ ਪੂਰਾ ਸੀ। ਮੈਂ ਕਿਹਾ ਪੁੱਤ ਪੜ੍ਹਿਆ ਕਰੀ ਵਧੀਆ ਦਿਲ ਲਾ ਕੇ। ਜਿੰਨੇ ਪੈਸੇ ਤੇਰੀ ਮੰਮੀ ਪਾਪਾ ਦੇਣ ਉਹ ਵੀ ਠੀਕ ਹੈ, ਜੇ ਹੋਰ ਲੋੜ ਹੋਵੇ ਮੈਨੂੰ ਫੋਨ ਕਰ ਦਿਆ ਕਰੀ, ਮੈਂ ਆਪੇ ਭੇਜ ਦਿਆ ਕਰੂੰ। ਔਖ ਨਾ ਕੱਟੀ। ਸਾਰੇ ਖੁਸ਼ ਬੈਠੇ ਸਨ। ਤਾਂ ਰਾਜਨ ਬੋਲਦਾ, ਮੰਮੀ ਚੰਗਾ ਹੋਇਆ ਤੁਸੀਂ ਗੱਲ ਯਾਦ ਕਰਵਾ ਦਿੱਤੀ। ਮੈਂ ਰਾਤ ਵੀ ਸੋਚਦਾ ਰਿਹਾ ਰਾਹੁਲ ਲਈ ਹਾਇਰ ਐਜੂਕੇਸ਼ਨ ਲੋਨ ਅਪਲਾਈ ਕਰ ਦਿਆਂ। ਕੋਠੀ ਦੀ ਰਜਿਸਟ੍ਰੇਸ਼ਨ ਮੇਰੇ ਨਾਂ ਹੋ ਜਾਵੇ। ਅਚਲ ਜਾਇਦਾਦ ਦੀ ਗਰੰਟੀ ਦੇਣੀ ਪੈਣੀ ਹੈ ਮੈਨੂੰ। ਬੱਚਾ ਪੜ੍ਹਦਾ ਰਹੂ, ਨਾਲੇ ਆਪਾਂ ਸੌਖੇ ਰਹਾਂਗੇ। ਬੇਟਾ ਤੇਰੇ ਨਾਂ ਚੇਂਜ ਕਰਨ ਦੀ ਕੀ ਗੱਲ ਹੈ, ਮੈਂ ਸਿੱਧੀ ਮਾਰਟਗੇਜ ਕਰਵਾ ਦਿੰਦੀ ਹਾਂ। ਲੈ ਮੇਰੇ 'ਤੇ ਯਕੀਨ ਨਹੀਂ ਤੈਨੂੰ, ਮੈਂ ਹੀ ਸਾਂਭਾਂਗਾ ਤੈਨੂੰ, ਕੋਠੀ ਨੇ ਨਹੀਂ ਸੰਭਾਲਣਾ। ਸੰਭਾਲ ਦਾ ਮੌਕਾ ਆਊ ਬੇਟੇ, ਸੰਭਾਲ ਲਈ। ਹਾਲੇ ਮੈਂ ਤੁਰੀ ਫਿਰਦੀ ਹਾਂ ਦਵਾਈਆਂ ਬੂਟੀਆਂ ਦੇ ਸਹਾਰੇ। ਬੱਚੇ ਨੂੰ ਪੜ੍ਹਾ। ਬਸ ਇਸੇ ਗੱਲ 'ਤੇ ਤੜਿੰਗ ਹੋ ਗਿਆ। ਮਮਤਾ ਦਾ ਫੋਨ ਆ ਜੇ ਹਰੇਕ ਚੀਜ਼ ਉਸਨੂੰ ਹਾਜ਼ਰ ਕਰਦੀ ਹੈ। ਪੈਨਸ਼ਨ ਮਿਲੂ ਤਾਂ ਦਿੱਲੀ ਵਾਲੀ ਗੱਡੀ ਫੜ ਲੂੰ। ਮੇਰੀ ਕਿਸੇ ਗੱਲ ਦੀ ਕੋਈ ਕਦਰ ਨਹੀਂ, ਮੈਨੂੰ ਬੋਲਿਆ। ਬੱਚੇ ਦੀ ਸਾਰੀ ਖੁਸ਼ੀ ਕਲੇਸ਼ 'ਚ ਰੋਲਦੀ ਇਹਨੇ। ਮੈਂ ਸੁਣ ਕੇ ਫਿਰ ਵੀ ਚੁੱਪ ਆਖੂ। ਤੀਜੇ ਦਿਨ ਮਮਤਾ ਕੋਲ ਕੀ ਲੈਣ ਜਾਂਦੀ ਹੈ। ਰਵੀ ਕੰਪਨੀ ਚਲਾ ਜਾਂਦਾ। ਮਮਤਾ ਡਿਊਟੀ 'ਤੇ ਤੁਰ ਜਾਂਦੀ ਹੈ। ਤੂੰ ਦੱਸ ਇਕੱਲੀ ਕਿਹਦੇ ਕੋਲ ਜਾਂਦੀ ਹੈ। ਮੈਂ ਬਥੇਰਾ ਸਮਝਾਇਆ, ਧੀ ਦੀ ਔਖ ਕਰਕੇ ਜਾਂਦੀ ਹੈ। ਸਾਰਾ ਦਿਨ ਵਿਚਾਰੀ ਰੁਲੀ ਰਹਿੰਦੀ ਹੈ। ਕੁੜੀ ਬਾਹਰ ਹੈ, ਉਹਦਾ ਫਿਕਰ ਕਰਦੀ ਹੈ। ਮੁੰਡਾ ਆਪ ਛੋਟਾ ਹੈ, ਇੰਨਾ ਚੁਸਤ ਨਹੀਂ। ਘਰ 'ਚ ਬਿਮਾਰੀ ਦੀ ਹਰ ਵੇਲੇ ਔਖ ਨਾਲ ਬੰਦਾ ਟੁੱਟ ਜਾਂਦਾ ਹੈ। ਨਾਲੇ ਕਿਹੜਾ ਰੋਜ਼ ਜਾਂਦੀ ਹਾਂ, ਮਹੀਨੇ 2 ਮਹੀਨਿਆਂ ਮਗਰੋਂ ਜਾ ਆਉਂਦੀ ਹਾਂ। ਹੋਰ ਉੱਥੇ ਜਾ ਕੇ ਮੈਂ ਉਸ ਨੂੰ ਕੀ ਦੇ ਆਉਂਦੀ ਹਾਂ। ਪਰ ਮੇਰੀ ਇੱਕ ਵੀ ਸੁਣਨ ਨੂੰ ਤਿਆਰ ਨਹੀਂ। ਟੁੱਲ 'ਤੇ ਚੱਕੀ ਰੱਖਦਾ ਆਨੀ ਬਹਾਨੀ। ਆਖੂ ਸਾਡੇ ਬੱਚਿਆਂ ਦਾ ਵੀ ਖਿਆਲ ਕਰ। ਜਦੋਂ ਗੱਲ ਕਰੀਏ ਖਾਲੀ ਹੱਥ ਵਿਖਾ ਦਿੰਦੀ ਹੈ। ਤੇਰੀ ਰਸੋਈ ਦਾ ਖਰਚ, ਦੁੱਧ ਦੇ ਪੈਸੇ, ਬਿਜਲੀ ਦਾ ਬਿੱਲ ਸਭ ਮੈਂ ਦਿੰਦੀ ਹਾਂ। ਤੁਸੀਂ ਦੋਵਾਂ ਜੀਆਂ ਨੇ ਕਦੇ ਪੁੱਛਿਆ ਵੀ ਕਿੱਥੋਂ ਆਉਂਦੇ ਆ। ਹਾਲੇ ਤੂੰ ਖਾਲੀ ਹੱਥ ਪਰਖਦਾ। ਔਖੀ ਹੋਈ ਇੱਧਰ ਉੱਧਰ ਬੈਠੀ ਦਿਨ ਕੱਟਦੀ ਹਾਂ। ਪੋਤੇ ਪੋਤੀ ਦਾ ਮੋਹ ਹੈ ਮੇਰਾ, ਅੰਦਰ ਪੁੱਛਿਆ ਜਾਣਦਾ। ਪਰਸੋਂ ਮਮਤਾ ਕੋਲੋਂ ਆਈ। ਰਾਤ ਨੂੰ ਪੈ ਗਏ ਰੋਟੀ ਖਾ ਕੇ। ਕੱਲ੍ਹ ਸਵੇਰੇ ਰਾਜਨ ਕਹਿੰਦਾ, ਮੰਮੀ ਗਰਮੀਆਂ ਆ ਰਹੀਆਂ ਨੇ, ਪੁਰਾਣਾ AC ਠੀਕ ਨਹੀਂ ਚੱਲ ਰਿਹਾ, ਬਦਲਣਾ ਹੈ। ਪੈਨਸ਼ਨ ਮਿਲ ਗਈ ਹੋਊ। ਮਖਿਆ ਮੇਰੀ ਸਿਹਤ ਜੀ ਠੀਕ ਨਹੀਂ, ਕੁਛ ਮੈਂ ਦਵਾਈਆਂ ਲੈ ਆਈ। ਦੂਰ ਦਾ ਪੈਂਡਾ ਕਰਕੇ ਕਿਰਾਇਆ ਭਾੜਿਆਂ 'ਚ ਵੀ ਲੱਗ ਗਏ ਐਤਕੀ। ਐਨਾ ਹੀ ਕਿਹਾ ਮੈਂ। ਬਸ ਫੇਰ ਕੀ ਸੀ, ਉਹ ਬੋਲਿਆ ਜੋ ਨਹੀਂ ਬੋਲਣਾ ਸੀ। ਉੱਥੇ ਜਾਣ ਵਾਸਤੇ ਬਥੇਰੇ ਪੈਸੇ ਆ ਜਾਂਦੇ ਨੇ, ਆਪਦੇ ਘਰ ਵਾਸਤੇ ਹੀ ਕੁਝ ਨਹੀਂ ਤੇਰੇ ਕੋਲ। ਉਹ ਬੇਗਾਨੇ ਖੂਨ ਨੂੰ ਪਾਲ ਦਿੱਤਾ, ਪੜ੍ਹਾ ਦਿੱਤਾ, ਵਿਆਹ ਦਿੱਤੀ। ਹਾਲੇ ਹੋਰ ਕੀ ਰਹਿ ਗਿਆ ਉਹਦਾ। ਚੁੱਕਦੀ ਅਟੈਚੀ ਗੰਜੀ ਮਾਸੀ ਨੂੰ ਸਲਾਮ ਦਿੱਲੀ। ਕਿੰਨਾ ਚਿਰ ਬੋਲਿਆ ਮੈਂ, ਫਿਰ ਵੀ ਚੁੱਪ ਰਹੀ। ਇੰਨੇ ਨੂੰ ਮੇਮ ਸਾਹਿਬ ਵੀ ਅੰਦਰੋਂ ਬੋਲ ਉੱਠੀ, ਕਿਉਂ ਆਪਦਾ BP ਵਧਾਇਆ, ਇਹਦਾ ਕੀ ਜਾਊ ਡਾਕਟਰਾਂ ਕੋਲੋਂ, ਤੁਸੀਂ ਤੁਰੇ ਫਿਰੋਗੇ, ਅੰਦਰ ਆ ਜਾਓ। ਮਨ 'ਚ ਆਵੇ ਵੀ ਕਹਾਂ BP ਤਾਂ ਤੂੰ ਵਧਾਉਂਦੀ ਹੈ, ਜਿਹੜਾ ਰਾਤ ਦੀ ਲੱਗੀ ਪਈ ਹੈ ਇਹਦਾ ਦਿਮਾਗ ਚੱਟਣ। ਇਹ ਡੋਰੂ ਨੂੰ ਐਨੀਆਂ ਕਿੱਥੇ ਔੜਦੀਆਂ, ਮਗਰੋਂ ਆ ਕੇ ਸੱਚੀ ਬਣਦੀ ਹੈ। ਆਖੇ ਚੁੱਪ ਰਹੋ। ਮੈਂ ਚੁੱਪ ਰਹੀ ਤੇ ਬੋਲੀ ਤਾਂ ਗੱਲ ਹੋਰ ਵਧੂ। ਨਿਢਾਲ ਹੋ ਕੇ ਆਪਦੇ ਕਮਰੇ 'ਚ ਆ ਪਈ। ਵਾਹਵਾ ਚਿਰ ਬਾਅਦ ਗੁਸਲਖਾਨੇ ਬੰਨੀ ਗਈ ਤਾਂ ਲੱਗੇ ਪਏ ਦੋਵੇਂ ਪੱਖੇ ਦੀ ਆਵਾਜ਼ 'ਚ ਮੇਰੇ ਬਾਹਰ ਆਉਣ ਦਾ ਪਤਾ ਨਹੀਂ ਲੱਗਿਆ ਇਹਨਾਂ ਨੂੰ।
ਤੁਸੀਂ ਮੂੰਹ ਨਹੀਂ ਵੇਖਿਆ ਕਿਵੇਂ ਨੀਲ ਪਾਏ ਪਏ ਨੇ ਬਾਹਾਂ 'ਤੇ, ਨਾਲੇ ਗਲ ਕੋਲੇ ਮੋਢਿਆਂ 'ਤੇ ਵੀ ਝਰੀਟਾਂ ਨੇ। ਆਹੋ ਮੈਂ ਸਭ ਸਮਝਦਾ, ਮੈਂ ਕਿਹੜਾ ਨਿਆਣਾ। ਉਹ ਭੈਣ 'ਚੋਂ ਚੰਗਾ ਹੱਟਾ ਕੱਟਾ ਪਿਆ, ਤੀਵੀਂ 5 ਸਾਲ ਹੋ ਗਏ ਮੰਜੇ 'ਚ ਪਈ ਹੈ, ਇਹ ਥਿਆ ਗਈ ਉਸ ਨੂੰ ਮੁਫਤ 'ਚ। ਆਹੀ ਤਾਂ ਗੱਲ ਮੈਂ ਕਹਿੰਦੀ ਹਾਂ, ਹੋਰ ਸਾਂਭਦੇ ਨੇ ਇਹ ਮਰੀਜ਼ ਨੂੰ। ਧੀ ਨੂੰ ਚੜ੍ਹੇ ਮਹੀਨੇ ਪੈਨਸ਼ਨ ਫੜਾ ਆਉਂਦੀ ਹੈ, ਉਹਨੂੰ ਕੀ ਲੋੜ ਹੈ ਬੋਲਣ ਦੀ, ਉਹ ਕਿਉਂ ਕੁਸਕਦੀ ਹੈ। ਸੁਣ ਕੇ ਸਰੀਰ ਕੰਬ ਗਿਆ, ਕਦਮ ਉੱਥੇ ਹੀ ਰੁਕ ਗਏ, ਲੱਤਾਂ ਦਾ ਭਾਰ ਮਣਾ ਮੂੰਹੀ ਹੋ ਗਿਆ। ਲੱਗਿਆ ਦਿਮਾਗ ਦੀ ਨਾੜੀ ਫਟੂਗੀ। ਮਸਾਂ ਗੁਸਲਖਾਨੇ ਵਿੱਚ ਗਈ, ਵਾਪਸ ਆ ਮੰਜੇ 'ਤੇ ਧੜੰਮ ਦੇਣੇ ਡਿੱਗੀ। ਪਤਾ ਨਹੀਂ ਲੱਗਿਆ ਕਿਹੜੇ ਵੇਲੇ ਹਨੇਰਾ ਹੋ ਗਿਆ। ਨਾ ਇਹਨਾਂ ਨੇ ਬੁਲਾਇਆ, ਨਾ ਮੈਂ ਬੋਲੀ। ਬੈਗ ਵਿੱਚ ਕੱਪੜੇ ਉਵੇਂ ਪਾਏ ਪਏ ਨੇ, ਹੁਣ ਇਸ ਘਰ ਦਾ ਮੂੰਹ ਨਹੀਂ ਦੇਖੂੰਗੀ। ਆਪਣਾ ਬੈਗ ਤੇ ਅਟੈਚੀ ਚੁੱਕ ਤੁਰਨ ਲੱਗਦੀ ਹੈ। ਪਿੱਛੋਂ ਨੀਨਾ ਦੀ ਆਵਾਜ਼ ਹੈ, ਦਾਦੀ ਮਾँ आज फिर कहाँ चले? नहीं जाना, मुझे अकेले रहना पड़ता है वैन आने तक। मुझे ऐसे नहीं अच्छा लगता, मैं नहीं जाने दूंगी। नीना मेरा बैग फड़ के अंदर वाल खिंच रही है। ना बेटे रहन दे, वो देखो दादा जी दे वेख रहे हैं, नाराज़ होंगे। पोती दे बोल सुन के कमरे अंदर कंध ते टंगी रमेश की फोटो बन्नी वेख के तां साह सुते जाते हैं। बैग हत्थों छुट जाता है। सुन्नी होई दा देली दे एक पैर बाहर ते दूजा अंदर। धन्नवाद जी। चौहान इंटरटेनमेंट, तुहाडा अपना, तुहाडे लई।